ਅ ਵੈਰੀ ਗੁੱਡ ਮੋਰਨਿੰਗ ਟੂ ਆਲ ਆਫ ਯੂ। ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਆਈ ਨੋ ਮੈਨੂੰ ਪਤਾ ਅੱਜ ਆਪਣੀ ਇੰਗਲਿਸ਼ ਪੈਡਾਗੋਜੀ ਜਿਹੜੀ ਕਲਾਸ ਅੱਜ ਕਾਫੀ ਦਿਨਾਂ ਬਾਅਦ ਲੰਘ ਜਾ ਰਹੀ ਹੈ। ਇਸ ਕਰਕੇ ਮੈਂ ਤੁਹਾਨੂੰ ਯਾਦ ਦਿਲਾ ਦਾਂ ਕਿ ਥੋੜ੍ਹੇ ਦਿਨ ਪਹਿਲਾਂ ਜਿਹੜੀ ਆਪਾਂ ਇੰਗਲਿਸ਼ ਪੈਡਾਗੋਜੀ ਦੀ ਲਾਸਟ ਕਲਾਸ ਲਗਾਈ ਸੀ, ਉਸ ਲਾਸਟ ਕਲਾਸ ਦੇ ਵਿੱਚ ਆਪਾਂ ਲੈਂਗੁਏਜ ਸਕਿੱਲਸ ਬਾਰੇ ਸਿੱਖਿਆ ਸੀ। ਲੈਂਗੁਏਜ ਸਕਿੱਲਸ ਆਪਣੀਆਂ ਕਿਹੜੀਆਂ ਸੀਗੀਆਂ, ਕਿ ਤੁਹਾਨੂੰ ਥੋੜ੍ਹਾ ਜਿਹਾ ਵੀ ਅਗਰ ਯਾਦ ਹੋਏਗਾ, ਲੈਂਗੁਏਜ ਸਕਿੱਲਸ ਆਪਾਂ 4 ਲੈਂਗੁਏਜ ਸਕਿੱਲਸ ਕੀਤੀਆਂ ਸੀਗੀਆਂ। ਮੈਂ ਤੁਹਾਨੂੰ ਦੱਸਿਆ ਵੀ ਸੀਗਾ 4 ਲੈਂਗੁਏਜ ਸਕਿੱਲਸ ਕਿਹੜੀ ਸੀ। ਇੱਕ ਆਪਾਂ ਕੀਤੀ ਸੀ ਲਿਸਨਿੰਗ, ਇੱਕ ਆਪਾਂ ਕੀਤੀ ਸੀ ਸਪੀਕਿੰਗ, ਇੱਕ ਆਪਾਂ ਕੀਤੀ ਸੀ ਰੀਡਿੰਗ, ਇੱਕ ਆਪਾਂ ਕੀਤੀ ਸੀ ਰਾਈਟਿੰਗ। ਠੀਕ ਹੈ। ਲਿਸਨਿੰਗ ਦਾ ਮਤਲਬ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਜਦੋਂ ਕੋਈ ਬੇਬੀ ਬੋਰਨ ਹੁੰਦਾ ਲਿਸਨ ਕਰੇਗਾ, ਦੈਨ ਬੋਲਣਾ ਸਿੱਖੇਗਾ, ਦੈਨ ਰੀਡ ਕਰਨਾ ਸਿੱਖੇਗਾ, ਦੈਨ ਰਾਈਟ ਕਰਨਾ ਸਿੱਖੇਗਾ। ਸਾਰੀਆਂ ਲੈਂਗੁਏਜ ਸਕਿੱਲਸ ਜੋ ਲਾਸਟ ਦੇ ਵਿੱਚ ਆਪਾਂ ਲਾਸਟ ਵੀਡੀਓ ਜੋ ਤੁਸੀਂ ਸਾਡੇ PS ਟੈਟ ਯੂਨੀਅਨ ਸਾਡੇ ਚੈਨਲ ਦੇ ਵਿੱਚ ਤੁਸੀਂ ਉੱਥੇ ਜਾ ਕੇ ਉਹਨੂੰ ਦੇਖ ਸਕਦੇ ਹੋ। ਨਾਓ ਅੱਜ ਆਪਾਂ ਅੱਗੇ ਹੁਣ ਸਟਾਰਟ ਕਰਨ ਜਾ ਰਹੇ ਹਾਂ ਸਬ ਸਕਿੱਲਸ ਆਫ ਰੀਡਿੰਗ। ਸਬ ਸਕਿੱਲਸ ਆਫ ਰੀਡਿੰਗ ਦਾ ਮਤਲਬ ਕੀ ਹੁੰਦਾ ਬੇਟਾ, ਜੋ ਵੀ ਹੁਣ ਆਪਾਂ ਪਹਿਲਾਂ ਰੀਡਿੰਗ ਕਰਕੇ ਆਈ ਸੀਗੀ ਉਹਦੀਆਂ ਸਬ ਸਕਿੱਲਸ ਕੀ ਹੈ। ਸਬ ਸਕਿੱਲਸ ਦਾ ਮਤਲਬ ਕੀ ਹੋਏਗਾ ਬੇਟਾ, ਉਹਦੇ ਫਰਦਰ ਪਾਰਟਸ ਕੀ ਆ। ਆਪਾਂ ਨੂੰ ਕਿੱਦਾਂ ਪਤਾ ਚੱਲੇਗਾ ਕਿ ਇਹ ਰੀਡਿੰਗ 'ਚ ਦੇਖੋ ਫਸਟ ਪੁਆਇੰਟ ਰੀਡਿੰਗ ਦਾ ਮਤਲਬ ਕਿ ਰੀਡ ਕਰਨਾ। ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਰੀਡਿੰਗ ਅਤੇ ਲਿਸਨਿੰਗ ਇਹ ਆਪਣੀ ਕਿਹੜੀਆਂ ਸਕਿੱਲ ਦੇ ਅੰਦਰ ਆਉਂਦੀਆਂ ਨੇ, ਪੈਸਿਵ ਸਕਿੱਲ ਦੇ ਅੰਦਰ ਆਉਂਦੀਆਂ ਨੇ। ਇਹ ਕਿਹੜੀਆਂ ਸਕਿੱਲ ਦੇ ਅੰਦਰ ਆਉਂਦੀਆਂ ਨੇ, ਪੈਸਿਵ ਸਕਿੱਲ ਦੇ ਅੰਦਰ ਆਉਂਦੀਆਂ ਨੇ। ਪੈਸਿਵ ਸਕਿੱਲਸ ਕਿਹੜੀਆਂ ਹੁੰਦੀਆਂ ਨੇ, ਜਿਹਦੇ ਵਿੱਚ ਕੋਈ ਵੀ ਬੱਚਾ ਜਿਹੜਾ ਕੀ ਹੋਏਗਾ ਬੇਟਾ ਐਕਟਿਵ ਨਹੀਂ ਹੁੰਦਾ। ਔਰ ਜਿਹੜੀ ਸਪੀਕਿੰਗ ਹੈ ਅਤੇ ਜਿਹੜੀ ਰਾਈਟਿੰਗ ਹੈ ਉਹ ਆਪਣੀ ਕਿਹਦੇ ਦੇ ਅੰਦਰ ਆਉਂਦੀ ਹੈ, ਐਕਟਿਵ ਸਕਿੱਲਸ ਦੇ ਅੰਦਰ। ਦੇਖੋ ਫਸਟ ਪੁਆਇੰਟ ਸਬ ਸਕਿੱਲ ਆਫ ਰੀਡਿੰਗ ਦਾ ਦੇਖੋ ਕੀ ਹੈ, ਜਿਹੜਾ ਫਸਟ ਪੁਆਇੰਟ ਹੈ ਸਬ ਸਕਿੱਲ ਦਾ ਫਸਟ ਪੁਆਇੰਟ ਆ ਰਿਹਾ ਬੇਟਾ ਪ੍ਰੀਵਿਊਇੰਗ। ਪ੍ਰੀਵਿਊ ਤਾਂ ਦੇਖੋ ਪ੍ਰੀ ਦਾ ਮਤਲਬ ਕੀ ਹੁੰਦਾ, ਪਹਿਲਾ। ਪ੍ਰੀ ਦਾ ਮਤਲਬ ਕੀ ਹੋਏਗਾ ਬੇਟਾ, ਪਹਿਲਾ। ਠੀਕ ਹੈ। ਵਿਊ ਦਾ ਮਤਲਬ ਕੀ ਹੁੰਦਾ, ਦੇਖਣਾ। ਪਹਿਲਾ ਵੀ ਦੇਖੋ ਜਦੋਂ ਵੀ ਪਤਾ ਕੀ ਹੁੰਦਾ, ਜਦੋਂ ਮੈਂ ਤੁਹਾਨੂੰ ਕੋਈ ਸਪੋਜ਼ ਕਰੂੰ ਆਪਾਂ ਕਈ ਵਾਰੀ ਰੀਡ ਕਰਨਾ ਸ਼ੁਰੂ ਕਰਦੇ ਹਾਂ ਚੈਪਟਰਸ, ਆਪਾਂ ਕੀ ਕਰਦੇ ਹਾਂ ਉੱਪਰੋਂ ਜਸਟ ਨੋਰਮਲ ਆਪਾਂ ਗੋ ਥਰੂ ਕਰਦੇ ਹਾਂ, ਜਸਟ ਐਵੇਂ ਨਜ਼ਰ ਮਾਰ ਲੈਂਦੇ ਹਾਂ ਕਿਸੇ ਵੀ ਇੱਕ ਚੈਪਟਰ ਤੋਂ, ਦੂਰ ਸੇ ਦੇਖ ਲੈਣਾ। ਆਪਾਂ ਇਹਨੂੰ ਇੱਦਾਂ ਵੀ ਅਗਰ ਪੰਜਾਬੀ ਲੈਂਗੁਏਜ ਵਿੱਚ ਕਿਹਾ ਜਾਵੇ ਆਪਾਂ ਇਹ ਵੀ ਕਹਿ ਸਕਦੇ ਕਿ ਉੱਪਰੋਂ ਦੀ ਦੇਖਣਾ, ਜਸਟ ਮਤਲਬ ਓਵਰਵਿਊ ਦੇਣਾ ਜਾਂ ਨੋਰਮਲ ਇੱਕ ਵਾਰੀ ਨਿਗਾਹ ਮਾਰਨੀ। ਪ੍ਰੀਵਿਊ ਦਾ ਮਤਲਬ ਹੁੰਦਾ ਕਿ ਡੀਪਲੀ ਨਹੀਂ ਸਟੱਡੀ ਕਰਨਾ, ਨਾ ਆਪਾਂ ਪ੍ਰੋਪਰ ਪੜ੍ਹ ਰਹੇ, ਜਸਟ ਉਹਨੂੰ ਆਪਾਂ ਕੀ ਕੀਤਾ ਉੱਪਰੋਂ ਦੇਖ ਲਿਆ। ਜਿਵੇਂ ਮੈਂ ਕਈ ਵਾਰ ਕਹਿੰਦੀ ਕਿ ਆਪਾਂ ਕੁਐਸਚਨ ਇੰਪੋਰਟੈਂਟ ਨਹੀਂ ਹੈਗਾ, ਜਸਟ ਤੁਸੀਂ ਉਹਨੂੰ ਇੱਕ ਵਾਰੀ ਰੀਡ ਕਰ ਲਓ ਜਾਂ ਦੇਖ ਲਓ, ਉਹਨੂੰ ਕਹਿ ਸਕਦੇ ਪ੍ਰੀਵਿਊ, ਕਿ ਇੱਕ ਤਰੀਕੇ ਦਾ ਕੀ ਹੈ ਕਿ ਉੱਪਰੋਂ ਦੇਖਣਾ। ਠੀਕ ਹੈ। ਅਗਲਾ ਪੁਆਇੰਟ ਆ ਗਿਆ ਦੇਖੋ ਬੇਟਾ, ਪਹਿਲਾਂ ਸੈਕਿੰਡ ਆਏਗਾ ਕਨੈਕਟ, ਦੈਨ ਆਏਗਾ ਪ੍ਰਿਡਿਕਟਿੰਗ। ਦੇਖੋ ਕਨੈਕਟ ਔਰ ਪ੍ਰਿਡਿਕਟਿੰਗ ਦਾ ਮਤਲਬ ਕੀ ਹੈ, ਹਮੇਸ਼ਾ ਇੱਕ ਗੱਲ ਯਾਦ ਰੱਖਣਾ ਬੇਟਾ, ਜਦੋਂ ਆਪਾਂ ਕਿਸੇ ਚੀਜ਼ ਦੇ ਟੌਪਿਕ ਬਾਰੇ ਰੀਡ ਕਰਨਾ ਸਟਾਰਟ ਕਰਦੇ ਹਾਂ ਜਾਂ ਪੜ੍ਹਨਾ ਸ਼ੁਰੂ ਕਰਦੇ, ਦੇਖੋ ਸਿੰਪਲ ਜੀ ਗੱਲ ਹੈ। ਅਗਰ ਮੈਂ ਤੁਹਾਨੂੰ ਇਗਜ਼ਾਮਪਲ ਦੇਵਾਂ, ਕੋਈ ਵੀ ਸਟੋਰੀ ਦੀ ਇਗਜ਼ਾਮਪਲ ਤੁਸੀਂ ਲੈ ਸਕਦੇ ਹੋ। ਜਿਵੇਂ ਦੇਖੋ ਕੋਈ ਸਟੋਰੀ ਹੈ, ਅਗਰ ਮੈਂ ਕੋਈ ਵੀ ਸਟੋਰੀ ਪੜ੍ਹਨੀ ਸ਼ੁਰੂ ਕੀਤੀ, ਦੇਖੋ ਸ਼ੁਰੂਆਤ ਦੇ ਵਿੱਚ ਕੀ ਹੁੰਦਾ ਬੇਟਾ, ਆਪਣੀ ਸਟੋਰੀ ਨਾ ਇੰਟਰਸਟਿੰਗ ਕਦੋਂ ਹੋਏਗੀ, ਜਦੋਂ ਤੁਸੀਂ ਉਹਨੂੰ ਸਮਝਣਾ ਸ਼ੁਰੂ ਕਰੋਗੇ, ਜਦੋਂ ਸਟੋਰੀ ਕਨੈਕਟ ਹੋਣੀ ਸ਼ੁਰੂ ਕਰੋ। ਜਿਵੇਂ ਪਹਿਲੇ 2 ਪੁਆਇੰਟਸ ਪੜ੍ਹੇ, ਤੁਹਾਨੂੰ ਸਟੋਰੀ ਬਾਰੇ ਨਹੀਂ ਪਤਾ ਚੱਲਿਆ, ਬਟ ਜਿਵੇਂ ਤੁਸੀਂ ਸਟੋਰੀਜ਼ ਬਾਰੇ ਪੜ੍ਹਨਾ ਸ਼ੁਰੂ ਕਰੋਗੇ, ਤੁਸੀਂ ਸਟੋਰੀ ਨਾਲ ਕੀ ਹੋਣਾ ਸ਼ੁਰੂ ਹੋ ਜਾਏਗਾ, ਕਨੈਕਟ ਹੋਣਾ ਸ਼ੁਰੂ ਹੋ ਜਾਏਗਾ, ਤੁਹਾਨੂੰ ਸਟੋਰੀ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਏਗਾ, ਕਨੈਕਟਿਡ ਫੀਲ ਕਰੋਗੇ ਕਿ ਹਾਂ ਮੈਨੂੰ ਇਹ ਸਟੋਰੀ ਕੀ ਆ ਰਹੀ ਹੈ, ਸਮਝ ਆ ਰਹੀ ਹੈ। ਦੈਨ ਆਏਗਾ ਪ੍ਰਿਡਿਕਟਿਡ। ਕਈ ਵਾਰੀ ਕੀ ਹੁੰਦਾ ਕਿ ਆਪਾਂ ਹਾਫ ਸਟੋਰੀ ਪੜ੍ਹ ਲਈ, ਆਪਾਂ ਫਿਰ ਖੁਦ ਦੀ ਅਜ਼ੰਪਸ਼ਨਸ ਲਗਾਉਣ ਲੱਗੇ ਨੇ ਕਿ ਹਾਂ ਹੋ ਸਕਦਾ ਹੈ ਕਿ ਇਸ ਸਟੋਰੀ ਦੇ ਵਿੱਚ ਇਹ ਹੋਇਆ ਹੋਏਗਾ। ਠੀਕ ਹੈ ਨਾ। ਅਜ਼ੰਪਸ਼ਨਸ ਲਗਾਉਣ ਦਾ ਮਤਲਬ ਕੀ ਹੁੰਦਾ ਕਿ ਖੁਦ ਅਨੁਮਾਨ ਲਗਾਉਣਾ, ਖੁਦ ਫੀਲ ਕਰਨਾ ਕਿ ਹਾਂ ਇਹ ਸਟੋਰੀ ਹੈ ਅਤੇ ਇਸ ਸਟੋਰੀ ਵਿੱਚ ਹੋ ਸਕਦਾ ਕਿ ਅੱਗੇ ਇਹ ਹੋਏਗਾ। ਮਤਲਬ ਪਹਿਲਾਂ ਸਟੋਰੀ ਰੀਡ ਕੀਤੀ, ਫਿਰ ਉਹਨੂੰ ਆਪਾਂ ਉਹ ਸਟੋਰੀ ਨਾਲ ਕਨੈਕਟ ਹੋਏ। ਕਨੈਕਟ ਦਾ ਮਤਲਬ ਹੁੰਦਾ ਕਿ ਆਪਾਂ ਇੰਟਰਸਟ ਲੈਣਾ ਸ਼ੁਰੂ ਕੀਤਾ, ਸਟੋਰੀ ਨੂੰ ਆਪਾਂ ਪੜ੍ਹਨਾ ਸ਼ੁਰੂ ਕੀਤਾ, ਫਿਰ ਉਹਦੇ ਬੇਸਿਸ ਦੇ ਉੱਤੇ ਤੁਸੀਂ ਕੀ ਕਰਨਾ ਸ਼ੁਰੂ ਕਰੋਗੇ, ਅਜ਼ੰਪਸ਼ਨਸ ਲਗਾਉਣਾ। ਅਜ਼ੰਪਸ਼ਨਸ ਨੂੰ ਆਪਾਂ ਕਹਿ ਸਕਦੇ ਕਿ ਆਪਾਂ ਅਜ਼ਿਊਮ ਕਰਨਾ ਕੀ ਕਰਾਂਗੇ, ਸ਼ੁਰੂ ਕਰਾਂਗੇ ਕਿ ਫਿਊਚਰ ਵਿੱਚ ਸਟੋਰੀ ਵਿੱਚ ਇਹ ਹੋ ਸਕਦਾ। ਠੀਕ ਹੈ ਨਾ ਬੇਟਾ। ਉਸ ਤੋਂ ਬਾਅਦ ਦੇਖੋ ਅੱਗੇ ਆਪਾਂ ਕੀ ਕਰਾਂਗੇ, ਸਕੀਮਿੰਗ। ਇੱਥੇ ਨਾ 2 ਮੋਸਟ ਪੁਆਇੰਟ ਹੈ ਜੋ ਵਿੱਚ ਹਰ ਵਾਰੀ ਬੱਚਾ ਕੀ ਹੁੰਦਾ ਕਨਫਿਊਜ਼ ਹੋ ਜਾਂਦੇ। ਦੇਖੋ ਫਸਟ ਪੁਆਇੰਟ ਕੀ ਹੈ ਇਹਦੇ ਵਿੱਚ, ਸਕੀਮਿੰਗ। ਅਗਲਾ ਪੁਆਇੰਟ ਕੀ ਹੈ, ਸਕੈਨਿੰਗ। ਦੇਖੋ ਸਕੈਨਿੰਗ ਔਰ ਸਕੀਮਿੰਗ। ਸਕੈਨਿੰਗ ਤਾਂ ਤੁਹਾਨੂੰ ਵੈਸੇ ਨਾ ਨਾਮ ਤੋਂ ਕਲੀਅਰ, ਜਿਵੇਂ ਸਕੈਨ ਕਰਨਾ, ਜਿਵੇਂ ਆਪਾਂ ਕੋਈ ਵੀ ਟੌਪਿਕ ਸਕੈਨ ਕਰਦੇ ਹਾਂ ਜਾਂ ਫੋਟੋ ਸਕੈਨ ਕਰਦੇ ਹਾਂ, ਮਤਲਬ ਇੱਕ ਚੀਜ਼ ਨੂੰ ਸਕੈਨ ਕਰਨਾ। ਠੀਕ ਹੈ। ਦੇਖੋ ਕੁਝ ਬੱਚੇ ਇੱਦਾਂ ਦੇ ਹੁੰਦੇ ਨੇ ਜੋ ਕਿ ਇੱਕ ਪੁਆਇੰਟ 'ਤੇ ਫੋਕਸ ਕਰਦੇ, ਇੱਕ ਟੌਪਿਕ 'ਤੇ ਫੋਕਸ ਕਰਦੇ। ਦੇਖੋ ਸਕੈਨਿੰਗ ਦਾ ਮਤਲਬ ਹੁੰਦਾ ਕਿ ਡੀਪਲੀ ਸਕੈਨ ਕਰਨਾ। ਦੇਖੋ ਇੱਕ ਟੌਪਿਕ 'ਤੇ ਫੋਕਸ ਕਰਨਾ, ਡਿਟੇਲ ਸਟੱਡੀ ਕਰਨੀ। ਸਕੈਨਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਜਿਵੇਂ ਤੁਸੀਂ ਇੱਕ ਟੌਪਿਕ, ਕੋਈ ਵੀ ਇੱਕ ਪਰਟੀਕੂਲਰ ਟੌਪਿਕ ਹੈ, ਤੁਸੀਂ ਕੋਈ ਟੌਪਿਕ ਛੱਡਣਾ ਨਹੀਂ ਹੈ, ਤੁਸੀਂ ਹਰ ਇੱਕ ਟੌਪਿਕ ਨੂੰ ਕੀ ਕਰਨਾ, ਕਵਰ ਕਰਨਾ। ਹਰ ਇੱਕ ਟੌਪਿਕ ਦੇ ਉੱਤੇ ਤੁਸੀਂ ਕੀ ਕਰਨਾ ਬੇਟਾ, ਫੋਕਸ ਕਰਨਾ। ਔਰ ਸਕੀਮਿੰਗ ਦਾ ਮਤਲਬ ਕੀ ਹੁੰਦਾ, ਜਿਵੇਂ ਪੂਰਾ ਚੈਪਟਰ ਪੜ੍ਹ ਲਿਆ, ਪੂਰਾ ਚੈਪਟਰ ਪੜ੍ਹ ਕੇ ਮੈਂ ਤੁਹਾਨੂੰ ਕਹੂੰਗੀ ਕਿ ਇੱਕ ਮੈਨੂੰ ਨਟਸ਼ਲ ਦੇ ਦਿਓ। ਨਟਸ਼ਲ ਦਾ ਮਤਲਬ ਕੀ ਹੁੰਦਾ ਕਿ ਮੈਨੂੰ ਦੱਸ ਦਿਓ ਕਿ ਪੂਰੇ ਟੌਪਿਕ ਵਿੱਚ ਤੁਹਾਨੂੰ ਕੀ ਸਮਝ ਆਇਆ, ਲਾਈਕ ਸਮਰੀ ਦੇ ਦਿਓ। ਮੇਨ ਆਈਡੀਆ 'ਤੇ ਫੋਕਸ ਕਰਨਾ, ਲਾਈਕ ਸੈਂਟਰਲ ਆਈਡੀਆ। ਜਿਵੇਂ ਤੁਸੀਂ ਪੋਇਮ ਪੜ੍ਹਦੇ ਹੋ, ਪੋਇਮ ਦੇ ਵਿੱਚ ਕੀ ਹੁੰਦੀ, ਪੂਰੀ ਸਮਰੀ ਹੁੰਦੀ ਹੈ, ਬਟ ਐਟ ਦਾ ਐਂਡ ਤੁਹਾਨੂੰ ਕੀ ਦਿੱਤਾ ਹੁੰਦਾ, ਇੱਕ ਸੈਂਟਰਲ ਆਈਡੀਆ ਦਿੱਤਾ ਹੁੰਦਾ। ਸੈਂਟਰਲ ਆਈਡੀਆ ਨੂੰ ਅਗਰ ਮੈਂ ਪੰਜਾਬੀ 'ਚ ਕਹਾਂ, ਕੇਂਦਰੀ ਭਾਵ, ਕਿ ਪੂਰੀ ਪੋਇਮ ਦਾ
ਇੱਕ ਆਖਰ ਦੇ ਵਿੱਚ ਨਿਸ਼ਕਰਸ਼ ਕੀ ਸੀਗਾ, ਠੀਕ ਹੈ ਨਾ, ਉਹ ਕੀ ਆਏਗਾ, ਕੇਂਦਰੀ ਭਾਵ ਆ ਜਾਂਦਾ, ਸੈਂਟਰਲ ਆਈਡੀਆ ਉਹਨੂੰ ਆਪਾਂ ਇੰਗਲਿਸ਼ 'ਚ ਕਹਿ ਦਿੰਦੇ ਆ ਕਿ ਸੈਂਟਰਲ ਆਈਡੀਆ, ਠੀਕ ਹੈ, ਕਿਹੜੇ ਰਾਈਟਰ ਦੁਆਰਾ ਲਿਖੀ ਗਈ ਹੈ, 4-5 ਲਾਈਨਾਂ ਦਾ ਸੈਂਟਰਲ ਆਈਡੀਆ ਹੋਏਗਾ ਕਿ ਕਿਹੜੇ ਰਾਈਟਰ ਨੇ ਲਿਖੀ ਹੈ, ਕੀ ਮੇਨ ਪਰਪਸ ਹੈ। ਸੋ ਸਕੀਮਿੰਗ ਦਾ ਮਤਲਬ ਕੀ ਹੁੰਦਾ ਕਿ ਉਹਦੇ 'ਚ ਜਸਟ ਆਪਾਂ ਮੇਨ ਚੀਜ਼ ਦੇ ਉੱਤੇ ਸਟੱਡੀ ਕਰਨਾ, ਮੇਨ ਫੋਕਸ ਮਤਲਬ ਜੋ ਚੀਜ਼ ਮੇਨ ਟੌਪਿਕ ਇਸ ਦੇ ਬਾਰੇ ਗੱਲ ਹੋ ਰਹੀ ਉਹਦੇ ਉੱਤੇ। ਉਹ ਸਕੈਨਿੰਗ ਦਾ ਮਤਲਬ ਕੀ ਹੁੰਦਾ ਕਿ ਡਿਟੇਲ ਵਿੱਚ ਹਰ ਇੱਕ ਚੀਜ਼ ਦੇ ਉੱਤੇ ਫੋਕਸ ਕਰਨਾ, ਹਰ ਇੱਕ ਚੀਜ਼ ਦੀ ਆਪਾਂ ਕੀ ਕਰਨਾ, ਡਿਟੇਲ ਸਟੱਡੀ ਕਰਨਾ, ਠੀਕ ਹੈ। ਨੈਕਸਟ ਦੇਖੋ, ਅਗਰ ਆਪਾਂ ਕਹੀਏ ਜਾਵੇ ਸਿੰਥੇਸਾਈਜ਼ ਤੁਹਾਨੂੰ ਪਤਾ ਹੀ ਹੈ ਬੇਟਾ, ਸਿੰਥੇਸਾਈਜ਼ ਦਾ ਮਤਲਬ ਕੀ ਹੁੰਦਾ ਕਿ ਜੋੜ ਕਰ ਨਵਾਂ ਮੀਨਿੰਗ ਬਣਾਉਣਾ। ਜਿਵੇਂ ਤੁਹਾਨੂੰ ਮੈਂ ਕੋਈ ਛੋਟੇ ਕਲਿਊ ਦੇ ਦਿੱਤੇ, ਅਗਰ ਮੈਂ ਤੁਹਾਨੂੰ ਦੇਖੋ ਬੇਟਾ ਸਿੰਥੇਸਾਈਜ਼ ਦਾ ਮਤਲਬ ਕੀ ਹੁੰਦਾ ਕਿ ਅਗਰ ਆਪਾਂ ਕੋਈ ਪੁਰਾਣੇ ਦੇਖੋ ਮੈਂ ਤੁਹਾਨੂੰ ਕਲਿਊ ਦੇ ਦਿੱਤੇ, ਠੀਕ ਹੈ ਨਾ, ਕਲਿਊ ਦੇ ਦਿੱਤੇ ਜੋੜ ਕੇ ਆਪਾਂ ਨਵਾਂ ਮੀਨਿੰਗ ਬਣਾਉਣਾ। ਜਿਵੇਂ ਮੈਂ ਤੁਹਾਨੂੰ ਕੋਈ ਵੀ ਛੋਟੇ ਕਲਿਊ ਦੇ ਦਿੱਤੇ, ਕੁਝ ਵੀ ਤੁਸੀਂ ਐਗਜ਼ਾਮਪਲ ਲੈ ਸਕਦੇ ਹੋ ਕਿ ਮੈਂ ਤੁਹਾਨੂੰ ਕਲਿਊ ਦੇ ਦਿੱਤੇ, ਉਹ ਕਲਿਊ ਨੂੰ ਦੇਖ ਕੇ ਤੁਸੀਂ ਨਵਾਂ ਵਰਡ ਜਾਂ ਆਪਾਂ ਕਹਿ ਸਕਦੇ ਕਿ ਪੂਰਾ ਸੈਂਟੈਂਸ ਕੀ ਕਰਨਾ, ਬਣਾਉਣਾ। ਇਹ ਤਾਂ ਸੀਗੀਆਂ ਬੇਟਾ ਆਪਣੀ ਰੀਡਿੰਗ ਦੀਆਂ ਸਬ ਸਕਿੱਲਸ। ਦੇਖੋ ਕਿਹੜੀਆਂ ਰੀਡਿੰਗ ਦੀਆਂ ਸਬ ਸਕਿੱਲਸ ਸੀਗੀਆਂ ਆਪਣੀਆਂ, ਪ੍ਰੀਵਿਊ, ਪ੍ਰੀਡਿਕਟਿੰਗ, ਕਨੈਕਟਡ, ਸਕੀਮਿੰਗ ਔਰ ਸਕੈਨਿੰਗ। ਉसी ਤਰੀਕੇ ਨਾਲ ਬੇਟਾ ਦੇਖੋ ਆਪਣੀਆਂ ਰਾਈਟਿੰਗ ਦੀਆਂ ਵੀ ਸਬ ਸਕਿੱਲਸ ਹੈ। ਸਭ ਤੋਂ ਪਹਿਲਾਂ ਦੇਖੋ ਰਾਈਟਿੰਗ ਦੀ ਆਪਣੀ ਦੇਖਿਆ ਜਾਵੇ ਤਾਂ ਰਾਈਟਿੰਗ ਦੀ ਜਿਹੜੀ ਆਪਣੀ ਪਹਿਲੀ ਸਬ ਸਕਿੱਲਸ ਆ, ਦੇਖੋ ਕਿਹੜੀ ਹੈ ਰਾਈਟਿੰਗ ਦੀ ਪਹਿਲੀ ਸਬ ਸਕਿੱਲ, राइटिंग दी पैराफ्रेजिंग मतलब बातों को शब्दों में एक्सप्रैस करना। देखो बेटा जो भी तुसी कहना चाहते हो उन्होंने आप वर्ड्स विच एक्सप्रैस करो। वर्ड्स विच एक्सप्रैस करने का मतलब होंगे कि अपने व्यू पॉइंट रखो। अगर मैं कुछ कहना चाह रही, मैं हुण देखो मैं थोड़े नाल कोई गल शेयर करनी है, कोई गल थोड़े नाल कुछ भी सांझी करनी है, तो उसनूं तुसी की करोगे, एक्सप्रैस करोगे अपने वर्ड्स दे विच, अपनी लैंग्वेज विच। जिवें मैं तुहानूं कहां एग्जाम्पल, सपोज ਤੁਸੀਂ ਕਿਤੇ ਘੁੰਮਣ ਗਏ ਹੋ, ਮੈਂ ਤੁਹਾਨੂੰ ਕਹੂੰਗੀ ਤੁਸੀਂ ਉੱਧਰ ਘੁੰਮਣ ਗਏ ਸੀ, ਤੁਹਾਡੇ ਅਕੋਰਡਿੰਗ ਉੱਥੇ ਦਾ ਵਿਊ ਕਿੱਦਾਂ ਦਾ ਸੀਗਾ। ਮੈਂ ਕਹੂੰਗੀ ਤੁਸੀਂ ਆਪਣਾ ਐਕਸਪੀਰੀਅੰਸ ਮੈਨੂੰ ਸ਼ਬਦਾਂ ਦੇ ਵਿੱਚ ਲਿਖੋ। ਤੁਸੀਂ ਦੱਸੋਗੇ ਕਿ ਅਸੀਂ ਇੱਧਰ ਗਏ, ਸਾਨੂੰ ਇੱਥੇ ਅਸੀਂ ਘੁੰਮੇ, ਸਾਨੂੰ ਇੰਨਾ ਵਧੀਆ ਲੱਗਿਆ। ਤਾਂ ਇਹਦਾ ਮਤਲਬ ਇਹ ਹੁੰਦਾ ਕਿ ਅਗਰ ਆਪਣੇ ਥੋਟਸ ਨੂੰ ਵਰਡਸ ਵਿੱਚ ਕੀ ਕਰਨਾ, ਐਕਸਪ੍ਰੈਸ ਕਰਨਾ। ਦੇਖੋ ਅਗਲਾ ਪੁਆਇੰਟ ਆ ਗਿਆ ਬੇਟਾ ਡਰਾਫਟਿੰਗ। ਅਗਲਾ ਪੁਆਇੰਟ ਕਿਹੜਾ ਵਾ, ਡਰਾਫਟਿੰਗ। ਹੁਣ ਦੇਖੋ ਅਗਰ ਤੁਸੀਂ ਬੇਟਾ ਦੇਖੋ ਡਰਾਫਟਿੰਗ ਦਾ ਬੇਟਾ ਮਤਲਬ ਹੁੰਦਾ ਡਰਾਫਟਿੰਗ ਔਰ ਐਡੀਟਿੰਗ। ਦੇਖੋ ਵੈਰੀ ਫਸਟ ਪੁਆਇੰਟ ਮੈਂ ਆਪਣੇ ਥੋਟਸ ਆਪਣੇ ਮਾइंड 'ਚ ਸੈਟਅਪ ਕਰ ਲਏ, ਮੈਂ ਬੋਲ ਕੇ ਦੱਸਦਾ ਕਿ ਹਾਂ ਇੱਦਾਂ ਦਾ ਐਕਸਪੀਰੀਅੰਸ ਹੈ। ਮੈਂ ਤੁਹਾਨੂੰ ਕਹੂੰਗੀ ਲਿਖ ਕੇ ਦੱਸੋ। ਦੇਖੋ ਤੁਸੀਂ ਦੀ ਸਿੰਪਲ ਐਗਜ਼ਾਮਪਲ ਲਿਖੋ। ਮੈਂ ਤੁਹਾਨੂੰ ਇੱਕ ਲੈਟਰ ਲਿਖਣ ਨੂੰ ਕਹੀ, ਲੈਟਰ ਇਨ ਦਾ ਸੈਂਸ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਸਪੋਜ਼ ਮਨਾਲੀ ਟ੍ਰਿਪ 'ਤੇ ਗਏ, ਉੱਥੇ ਜਾ ਕੇ ਤੁਸੀਂ ਇੱਕ ਲੈਟਰ ਲਿਖੋ। ਪਹਿਲਾਂ ਤੁਸੀਂ ਆਪਣੇ ਮਾइंड 'ਚ ਸਾਰਾ ਥੋਟ ਪ੍ਰੋਸੈਸ ਬਣਾਓਗੇ ਕਿ ਆਪਾਂ ਕੀ ਲਿਖ ਸਕਦੇ ਹਾਂ। ਸਾਰਾ ਥੋਟ ਬਣਾਇਆ, ਡਿਸਕਸ ਕੀਤਾ, ਦੈਨ ਉਹਨੂੰ ਡਰਾਫਟ ਕਰੋਗੇ। ਡਰਾਫਟ ਦਾ ਹਮੇਸ਼ਾ ਤੁਸੀਂ ਇਹਨੂੰ ਐਗਜ਼ਾਮਪਲ ਕਹਿ ਸਕਦੇ ਹੋ ਕਿ ਡਰਾਫਟ ਦਾ ਮਤਲਬ ਕੀ ਹੁੰਦਾ, ਰਫ ਬਣਾਉਣਾ। ठीक है, ड्राफ्ट का मतलब की होंगे बेटा रफ काम करना, मतलब रफली की पॉइंट्स लिख लेने। ठीक है, ड्राफ्ट के विच आपां की कह सकते हैं कि तुसीं इहदे की पॉइंट लिखोगे, की पॉइंट्स कि हाँ कि आपां रफली ड्रॉ कर दिता कि ये वाले टॉपिक दे आपां गल कीती है, मतलब इत्थे गए, ये गाइड सी, लाइक हिंट्स देने बेसिकली। ठीक है, हिंट दे दे जिवें गाइड ए सी, गाइड मिलिया सी, इत्थे गए, हिंट्स लैने। दैन उस तो बाद आ जाएगा एडिटिंग। हुण देखो एडिटिंग का मतलब होंगे कि रफ पल्ला जरूरी नहीं होंगे ना कि जो तुसीं लिखदे हो हमेशा सारे पॉइंट सही होण, फिर तुसीं उहदे विच की करोगे बट एडिटिंग करोगे। एडिटिंग का मतलब है कि चेंजिस, जो तुहानूं लगदा है कि पॉइंट सही है तुसीं उहनूं रख लोगे, जो तुहानूं लगदा पॉइंट सही नहीं है दैन उहदे विच तुसीं की करोगे, चेंजिस करोगे। देखो नैक्सट अपना की आ गया बेटा ब्रेन स्ट्रॉमिंग। हूँ देखो ब्रेन स्ट्रॉमिंग का मतलब कि दिमाग पर जोर डालना, नया आइडिया निकालना। ब्रेन स्ट्रॉमिंग का बेटा मतलब देखो ब्रेन का मतलब दिमाग, स्ट्रॉम कि दिमाग के उत्ते जोर पाना, कोई नवा आइडिया इनोवेट करना। ठीक है ना बेटा, मैं थोड़ा कहता कि आप कोई सब तो कोई दिमाग की गेम मैं थोड़ा देती, कोई पजल सॉल्व करने वास्ते देती, कुछ भी देता वो इदा की चीज़ जिदे कारण थोड़ा दिमाग एक्टिव हो रहा, जिते भी थोड़ा दिमाग की कर रहा बेटा चल रहा है। मैं तुहानूं दस्सिया सीगा कि राइटिंग विच की हुंदा कि बच्चा एक्टिव हुंदा, एक्टिवली पार्टिसिपेट करदा, थोड़े चारों दिमाग थोड़ा चारों पासे चलना शुरू हो जाता है। सो ये कि अगर मैं तुहानूं कोई पजल सॉल्व करने वास्ते दे, तुसीं ध्यान लगाओगे, कंसनट्रेट करोगे, तुसीं नवे आइडिया देखोगे कि पजल नूं किद्दां सॉल्व करना है, इनूं इद्दां सॉल्व करिए, इद्दां सॉल्व करके किद्दां सॉल्व करिए, मतलब अपने दिमाग दे उत्ते जोर पाओगे। देखो नैक्सट अपना की बेटा कोहैरेंटली का बेटा मतलब की हुंदा वै कि आपां अपना व्यू पॉइंट उहदे विच ऐड करना। ठीक है ना, जिवें देखो मैं एक्सपीरियंस तुहानूं दस्सिया कि इत्थे दा सीगा, तुसीं थोड़ी जी गल्लां उत्थे दियां ऐड करोगे, थोड़ी जी तुसीं गल्लां अपनियां ऐड करोगे, मतलब अपना व्यू पॉइंट उहदे विच की करना देना। नैक्सट की है ट्रांसक्रिप्टिंग राइटिंग। ट्रांसक्रिप्टिंग का मतलब तुसीं रिटन करके दोगे, ड्राफ्ट भी बना लिया, एडिटिंग कर लिया। ठीक है, राइटिंग नाल संबंधित है, राइटिंग दे नाल आपां कह सकते कि रिटन कि इहदे विच कोई भी इन्फॉर्मेशन होगा तुसीं एक्सप्लेन करना, तुसीं उहनूं रिटन फॉर्म दे विच तुसीं उहनूं बेटा की करोगे, एक्सप्लेन करोगे। देखो हूँ नैक्सट मैथड की अंदर बेटा अगर तुसीं कोई भी चीज़ को एक्सप्लेन करना, दो मैथड है। फर्स्ट पॉइंट आ गया डायरैक्ट मैथड है, एक है इनडायरैक्ट मैथड।
ਸਭ ਤੋਂ ਪਹਿਲਾਂ ਵੈਰੀ ਫਸਟ ਅੱਜ ਆਪਾਂ ਇੱਕੋ ਹੀ ਮੈਥਡ ਕਰਾਂਗੇ, ਕਿਹੜਾ ਵਾ ਡਾਇਰੈਕਟ ਮੈਥਡ। ਡਾਇਰੈਕਟ ਮੈਥਡ ਬੇਟਾ ਇਹਨੂੰ ਤੁਸੀਂ ਨੈਚੁਰਲ ਮੈਥਡ ਵੀ ਕਹਿ ਸਕਦੇ ਹੋ, ਇਹਨੂੰ ਤੁਸੀਂ ਰਿਫੋਰਮ ਮੈਥਡ ਵੀ ਕਹਿ ਸਕਦੇ ਹੋ, ਠੀਕ ਹੈ। ਡਾਇਰੈਕਟ ਮੈਥਡ ਕਿਹੜਾ, ਇਹਨੂੰ ਨੈਚੁਰਲ ਮੈਥਡ ਵੀ ਕਹੋਗੇ, ਰਿਫੋਰਮ। ਨੈਚੁਰਲ ਮੈਥਡ ਨਾਮ ਤੋਂ ਹੀ ਕਲੀਅਰ ਹੈ, ਇੱਦਾਂ ਦਾ ਮੈਥਡ ਆਪਣੇ ਆਪ ਆਟੋਮੈਟਿਕਲੀ ਬਾਏ ਨੇਚਰ ਦੇ ਥਰੂ ਤੁਸੀਂ ਮਤਲਬ ਕਰ ਸਕਦੇ ਹੋ। ਰਿਫੋਰਮਡ ਮੈਥਡ ਦਾ ਮਤਲਬ ਵੀ ਇਹੀ ਹੈ ਕਿ ਆਪਾਂ ਆਟੋਮੈਟਿਕਲੀ ਆਪਣੇ ਅੰਦਰ ਉਹ ਚੀਜ਼ ਰਿਫੋਰਮ ਹੁੰਦੀ। ਜਿਵੇਂ ਦੇਖੋ ਬੇਟਾ ਮਾਤਰ ਭਾਸ਼ਾ ਨੂੰ ਆਪਾਂ ਦੇਖੋ ਜਿਹੜੀ ਵੀ ਆਪਾਂ ਨੋਰਮਲ ਅਗਰ ਆਪਾਂ ਗੱਲ ਕਰੀਏ ਕਿ ਆਪਣੀ ਜਿਹੜੀ ਮਦਰ ਟੰਗ ਹੈ ਨਾ, ਕਦੇ ਆਪਾਂ ਨੂੰ ਮਦਰ ਟੰਗ ਨਾ ਸਿਖਾਉਣ ਦੀ ਲੋੜ ਨਹੀਂ ਹੁੰਦੀ, ਉਹਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਬੱਚੇ ਨੂੰ। ਜਿਵੇਂ ਫੋਰ ਐਗਜ਼ਾਮਪਲ ਕੋਈ ਬੇਬੀ ਹੈ ਬੇਟਾ ਇੰਗਲਿਸ਼ ਫੈਮਿਲੀ 'ਚ ਬੋਰਨ ਕੀਤਾ, ਤਾਂ ਉਹਨੂੰ ਆਪਾਂ ਨੂੰ ਇੰਗਲਿਸ਼ ਸਿਖਾਉਣ ਦੀ ਲੋੜ ਨਹੀਂ ਪਏਗੀ, ਬਿਕੋਜ਼ ਉਹਨਾਂ ਦਾ ਘਰ ਦਾ ਮਾਹੌਲ ਇਨਵਾਇਰਮੈਂਟ ਹੀ ਇੱਦਾਂ ਦਾ ਹੋਏਗਾ, ਨੈਚੁਰਲ ਤਰੀਕੇ ਦੇ ਨਾਲ ਜੋ ਚੀਜ਼ਾਂ ਆਪਾਂ ਸਿੱਖਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਆਪਾਂ ਪੰਜਾਬ 'ਚ ਰਹਿੰਦੇ ਹਾਂ, ਪੰਜਾਬੀ ਅਗਰ ਦੇਖਿਆ ਜਾਵੇ ਨੋਰਮਲ ਆਪਣੀ ਫੈਮਲੀਜ਼ ਵਿੱਚ ਪੰਜਾਬੀ ਬੋਲੀ ਜਾਂਦੀ, ਤਾਂ ਪੰਜਾਬੀ ਆਪਾਂ ਨੂੰ ਉੱਦਾਂ ਸਿਖਾਈ ਨਹੀਂ ਜਾਂਦੀ, ਆਪਾਂ ਨੈਚੁਰਲੀ ਹੀ ਉਹ ਸਿੱਖਦੇ ਹਾਂ। ਸਭ ਤੋਂ ਪਹਿਲੀ ਜਿਹੜੀ ਫਸਟ ਲੈਂਗੁਏਜ ਹੁੰਦੀ ਜਿਹੜੀ ਬੇਟਾ ਮਦਰ ਟੰਗ ਹੈ, ਬੱਚੇ ਨੂੰ ਮਦਰ ਟੰਗ ਸਿਖਾਉਣ ਦੀ ਲੋੜ ਨਹੀਂ ਹੁੰਦੀ, ਉਹ ਨੈਚੁਰਲ ਤਰੀਕੇ ਦੇ ਨਾਲ ਹੀ ਜਿਹੜਾ ਮਦਰ ਟੰਗ ਬੇਟਾ ਕੀ ਕਰਦਾ ਬੱਚਾ ਸਿੱਖਦਾ। ਸਭ ਤੋਂ ਜ਼ਿਆਦਾ ਆਪਾਂ ਟੈਨਸ਼ਨ ਕਿਹਦੇ ਉੱਤੇ ਦਿੰਦੇ ਹਾਂ, ਸਪੀਕਿੰਗ ਦੇ ਉੱਤੇ ਦਿੰਦੇ ਤਾਂ ਲਿਸਨਿੰਗ ਦੇ ਉੱਤੇ ਦਿੰਦੇ ਹਾਂ, ਠੀਕ ਹੈ ਨਾ। ਕਿ ਕੁਝ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਕਿ ਜੋ ਤੁਹਾਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ, ਉਹ ਤੁਸੀਂ ਆਟੋਮੈਟਿਕਲੀ ਕੀ ਕਰ ਲੈਂਦੇ ਹੋ, ਸਿੱਖ ਲੈਂਦੇ ਹੋ। ਦੇਖੋ ਅੱਜ ਇਹ ਛੋਟਾ ਜਿਹਾ ਟੌਪਿਕ ਸੀਗਾ ਜੋ ਮੈਂ ਤੁਹਾਨੂੰ ਡਿਸਕਸ ਕੀਤਾ, ਜਿਹਦੇ 'ਚ ਆਪਾਂ ਕੀ ਕੀਤਾ, ਸਬ ਸਕਿੱਲਸ ਆਪਾਂ ਰੀਡਿੰਗ ਦੀਆਂ ਕੀਤੀਆਂ ਨੇ, ਸਬ ਸਕਿੱਲਸ ਆਪਾਂ ਰਾਈਟਿੰਗ ਦੀਆਂ ਕੀਤੀਆਂ ਨੇ, ਠੀਕ ਹੈ, ਅਤੇ ਆਪਾਂ ਡਾਇਰੈਕਟ ਮੈਥਡ ਕੀਤਾ, ਠੀਕ ਹੈ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ, ਮੈਂ ਅਗਲੀ ਵੀਡੀਓ ਫੇਰ ਹੋਰ ਲੈ ਕੇ ਆਵਾਂਗੀ। ਅਗਲਾ ਜਿਹੜਾ ਟੌਪਿਕ ਹੋਏਗਾ ਉਹ ਇਹਦੇ ਨਾਲ ਹੀ ਆਪਾਂ ਕਨੈਕਟਡ ਕਰਦੇ ਹੋਏ ਕੀ ਕਰਾਂਗੇ, ਨਾਲ ਹੀ ਆਪਾਂ ਅੱਗੇ ਚਲਾਵਾਂਗੇ।